सरकार ਨੂੰ ਆਖਿਆ ਹੈ ਕਿ ਇਹ ਖੁਦ ਰੋਕ ਲਗਾਏਗੀ ਜੋ ਨਵੇਂ 3 ਖੇਤੀ ਕਾਨੂੰਨ ਲਿਆਂਦੇ ਸਨ ਸਰਕਾਰ ਨੇ ਅਤੇ ਜਿਨ੍ਹਾਂ ਦੇ ਖਿਲਾਫ ਕਿਸਾਨ ਸੰਘਰਸ਼ ਕਰ ਰਹੇ ਹਨ ਜਾਂ ਅਦਾਲਤ ਇਹਦੇ ਵਿੱਚ ਦਖਲਅੰਦਾਜ਼ੀ ਕਰੇ। ਕੋਰਟ ਜਿਹੜਾ ਕਿ ਇੱਕ ਲਾਸਟ ਵਸੀਲਾ ਹੁੰਦਾ ਹੈ ਸਭ ਲੋਕਾਂ ਦਾ, ਉਸ ਤੇ ਬੜੀ ਆਸ ਹੁੰਦੀ ਲੋਕਾਂ ਨੂੰ ਜੀ ਜੀ। ਤੇ ਕੋਰਟ ਦੇ ਵਿੱਚ ਜਿਸ ਨਾਲ ਵੀ ਕੋਈ ਧੱਕਾ ਹੁੰਦਾ ਹੈ ਨਾ, ਉਹਨੂੰ ਇਹ ਆਸ ਹੁੰਦੀ ਕਿ ਮੈਂ ਕੋਰਟ ਜਾਊਂਗਾ ਤੇ ਮੈਨੂੰ ਨਿਆਂ ਮਿਲ ਜਾਏਗਾ ਜੀ। ਉਹਦੀ ਅੱਜ ਆਸ ਬੰਦੀ ਹੈ ਸੁਪਰੀਮ ਕੋਰਟ ਦੇ ਇਸ ਜਿਹੜੀਆਂ ਉਹਨਾਂ ਦੀਆਂ ਆਬਜ਼ਰਵੇਸ਼ਨਸ ਮੈਂ ਦੇਖੀਆਂ ਨੇ, ਜਿਹੜਾ ਉਹਨਾਂ ਨੇ ਗੌਰਮੈਂਟ ਨੂੰ ਇਹ ਕਿਹਾ ਹੈ ਕਿ ਜਾਂ ਤਾਂ ਤੁਸੀਂ ਆਪੇ ਕਾਨੂੰਨ ਇਹਨਾਂ ਨੂੰ ਹੈਲਡ ਇਨ ਅਬੇਂਸ ਕਰੋ, ਨਹੀਂ ਤੇ ਅਸੀਂ ਇਹਨਾਂ ਨੂੰ ਸਟੇ ਕਰਾਂਗੇ ਜੀ। ਇਹਨਾਂ ਡਿਸਿਪਲਿਨ ਔਰ ਇਹਨਾਂ ਸੈਲਫ ਸਸਟੇਨ ਔਰ ਇੱਕ ਵੀ ਕਿਸੇ ਨੂੰ ਝਰੀਟ ਨਾ ਆਵੇ, ਔਰ ਇਸ ਨੂੰ ਫਿਰ ਬਾਵਜੂਦ ਇਸ ਦੇ ਕਿ ਉਹਨਾਂ ਦੇ ਕਈ ਔਕੜਾਂ ਸਾਹਮਣੇ ਆਈਆਂ, ਜਿਸ ਤਰ੍ਹਾਂ ਹਰਿਆਣਾ ਗਵਰਨਮੈਂਟ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਤੇ ਪਾਣੀ ਦੀਆਂ ਬਛਾੜਾਂ ਮਾਰੀਆਂ ਜਾਂ ਟੀਅਰ ਗੈਸ ਸੈਲ ਚਲਾਏ, ਪਰ ਉਹਨਾਂ ਨੇ ਅੱਗੋਂ ਕੋਈ ਹਿੰਸਕ ਘਟਨਾ ਨਹੀਂ ਕੀਤੀ। ਇੱਕ ਐਕਟਰ ਸੁਸਾਈਡ ਕਰ ਲੈਂਦਾ ਤੇ ਉਹਦੇ ਤੇ ਨੈਸ਼ਨਲ ਟੀਵੀ ਜਿਹੜੀ ਹੈ ਉਹ 10 ਦਿਨ ਜਾਂ 2 ਮਹੀਨੇ ਜਾਂ 6 ਮਹੀਨੇ ਦੀ ਡਿਬੇਟ ਹੀ ਕੰਟੀਨਿਊਸਲੀ ਕਰਦੇ ਨੇ, ਪਰ ਇੱਥੇ 60 ਬੰਦੇ ਦੀ ਮੌਤ ਇੱਕ ਪੀਸਫੁਲ ਪ੍ਰੋਟੈਸਟ ਹੋ ਜਾਏ ਤੇ ਕਿਸੇ ਨੇ ਸਿਰ ਤੇ ਜੂ ਨਾ ਸਰਕੇ ਜੀ। ਔਰ ਉਹਨਾਂ ਨੇ ਬੜਾ ਗਵਰਨਮੈਂਟ ਨੂੰ ਬੜਾ ਹੀ ਮੈਂ ਸਮਝਦਾ ਕਿ ਸੁਝਾਅ ਦਿੱਤਾ ਸੀ ਕਿ ਤੁਸੀਂ ਆਪ ਹੀ ਇਸ ਕਾਨੂੰਨ ਨੂੰ ਅਜੇ ਹੈਲਡ ਇਨ ਅਬੇਂਸ ਕਰ ਲਓ। ਮੇਰਾ ਖਿਆਲ ਹੈ ਗਵਰਨਮੈਂਟ ਨੂੰ ਇਹ ਮੰਨ ਜਾਣਾ ਚਾਹੀਦਾ ਸੀ, ਨਹੀਂ ਮੰਨੇਗੀ ਤੇ ਸੁਪਰੀਮ ਕੋਰਟ ਜ਼ਰੂਰ ਅੱਜ ਨਿਰਣਾਇਕ ਫੈਸਲਾ ਕਰਨ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਸੁਪਰੀਮ ਕੋਰਟ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਅੱਜ ਇੱਕ ਅਹਿਮ ਫੈਸਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਆਖਿਆ ਹੈ ਕਿ ਨੰਬਰ ਇੱਕ ਤਾਂ ਇਹ ਸਰਕਾਰ ਨੂੰ ਆਖਿਆ ਹੈ ਕਿ ਇਹ ਖੁਦ ਰੋਕ ਲਗਾਏਗੀ ਜੋ ਨਵੇਂ 3 ਖੇਤੀ ਕਾਨੂੰਨ ਲਿਆਂਦੇ ਸਨ ਸਰਕਾਰ ਨੇ ਅਤੇ ਜਿਨ੍ਹਾਂ ਦੇ ਖਿਲਾਫ ਕਿਸਾਨ ਸੰਘਰਸ਼ ਕਰ ਰਹੇ ਹਨ, ਜਾਂ ਅਦਾਲਤ ਇਹਦੇ ਵਿੱਚ ਦਖਲਅੰਦਾਜ਼ੀ ਕਰੇ। ਅਤੇ ਨਾਲ ਹੀ ਅਦਾਲਤ ਨੇ ਆਖਿਆ ਹੈ ਕਿ ਜੋ ਡੈਮੋਕ੍ਰੈਟਿਕ ਢੰਗ ਨਾਲ ਪ੍ਰਦਰਸ਼ਨ ਕਰਨ ਦਾ, ਪ੍ਰੋਟੈਸਟ ਕਰਨ ਦਾ ਕਿਸਾਨਾਂ ਦਾ ਹੱਕ ਹੈ, ਉਹਦੇ ਤੇ ਉਹਦੇ ਵਿੱਚ ਸੁਪਰੀਮ ਕੋਰਟ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਸੋ ਇਹ ਅੱਜ ਦਾ ਸੁਪਰੀਮ ਕੋਰਟ ਦੀ ਜੋ ਦਖਲਅੰਦਾਜ਼ੀ ਹੈ ਜਾਂ ਜੋ ਵੀ ਫੈਸਲਾ ਸੁਣਾਇਆ ਹੈ, ਇਹ ਬਹੁਤ ਅਹਿਮ ਹੈ। ਕੁਝ ਤਰ੍ਹਾਂ ਇਸ ਨੂੰ ਕਿਸਾਨੀ ਦੀ ਜਿੱਤ ਮੰਨ ਰਹੀਆਂ ਹਨ ਤੇ ਜੁਡੀਸ਼ਰੀ ਦੀ ਦਖਲਅੰਦਾਜ਼ੀ ਜਾਂ ਜੁਡੀਸ਼ਰੀ ਦਾ ਭਾਰਤੀ ਡੈਮੋਕ੍ਰੈਟਿਕ ਸੈਟਅਪ ਵਿੱਚ ਬਹੁਤ ਅਹਿਮ ਰੋਲ ਰਿਹਾ ਹੈ। ਸਾਡੇ ਸਾਰੇ ਨਿਜ਼ਾਮ ਦਾ ਇਹ ਇੱਕ ਅਹਿਮ ਥੰਮ ਹੈ ਨਿਆਂਪਾਲਿਕਾ। ਤੇ ਇਸ ਸੰਬੰਧੀ ਆਪਾਂ ਗੱਲ ਕਰਦੇ ਹਾਂ ਸਾਬਕਾ ਜਸਟਿਸ ਰਣਜੀਤ ਸਿੰਘ ਰੰਧਾਵਾ ਹੋਰਾਂ ਨਾਲ। ਜਸਟਿਸ ਰੰਧਾਵਾ ਬਹੁਤ ਅਹਿਮ ਕੇਸਾਂ ਨਾਲ ਜੁੜੇ ਰਹੇ ਹਨ ਤੇ ਆਪਾਂ ਉਹਨਾਂ ਨਾਲ ਹੁਣ ਗੱਲਬਾਤ ਕਰਦੇ ਹਾਂ ਸੁਪਰੀਮ ਕੋਰਟ ਦੇ ਇਸ ਜੋ ਸੁਪਰੀਮ ਕੋਰਟ ਨੇ ਅੱਜ ਆਖਿਆ ਹੈ। ਜਸਟਿਸ ਰੰਧਾਵਾ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਅੱਜ ਆਖਿਆ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ, ਆਲੇ ਦੁਆਲੇ ਜਿਸ ਤਰ੍ਹਾਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਨ ਪੂਰੇ ਮੁਲਕ ਭਰ ਦੇ ਕਿਸਾਨ, ਤੇ ਜੋ ਅੱਜ ਸੁਪਰੀਮ ਕੋਰਟ ਨੇ ਆਖਿਆ, ਤੁਹਾਡੀ ਉਹਦੇ ਬਾਰੇ ਕੀ ਰਾਏ ਹੈ? ਮੈਂ ਜਿਹੜਾ ਸੁਪਰੀਮ ਕੋਰਟ ਦੀ ਜੋ ਵੀ ਆਬਜ਼ਰਵੇਸ਼ਨ ਨੇ ਜੀ, ਜਾਂ ਜੋ ਵੀ ਉਹਨਾਂ ਦਾ ਅੱਜ ਵਾਰਤਾਲਾਪ ਗਵਰਨਮੈਂਟ ਕੌਂਸਲਸ ਨਾਲ ਹੋਇਆ ਜੀ, ਮੈਂ ਉਹਦੀ ਬਹੁਤ ਸ਼ਲਾਘਾ ਕਰਨਾ ਜੀ। ਇਹ ਬਹੁਤ ਦੇਰ ਬਾਅਦ ਦੇਖਣ 'ਚ ਆਇਆ ਹੈ ਕਿ ਕੋਰਟ ਜਿਹੜਾ ਕਿ ਇੱਕ ਲਾਸਟ ਵਸੀਲਾ ਹੁੰਦਾ ਹੈ ਸਭ ਲੋਕਾਂ ਦਾ, ਉਸ ਤੇ ਬੜੀ ਆਸ ਹੁੰਦੀ ਲੋਕਾਂ ਨੂੰ ਜੀ ਜੀ। ਤੇ ਕੋਰਟ ਦੇ ਵਿੱਚ ਜਿਸ ਨਾਲ ਵੀ ਕੋਈ ਧੱਕਾ ਹੁੰਦਾ ਹੈ ਨਾ, ਉਹਨੂੰ ਇਹ ਆਸ ਹੁੰਦੀ ਕਿ ਮੈਂ ਕੋਰਟ ਜਾਊਂਗਾ ਤੇ ਮੈਨੂੰ ਨਿਆਂ ਮਿਲ ਜਾਏਗਾ ਜੀ। ਉਹਦੀ ਅੱਜ ਆਸ ਬੰਦੀ ਹੈ ਸੁਪਰੀਮ ਕੋਰਟ ਦੇ ਇਸ ਜਿਹੜੀਆਂ ਉਹਨਾਂ ਦੀਆਂ ਆਬਜ਼ਰਵੇਸ਼ਨਸ ਮੈਂ ਦੇਖੀਆਂ ਨੇ, ਜਿਹੜਾ ਉਹਨਾਂ ਨੇ ਗਵਰਨਮੈਂਟ ਨੂੰ ਇਹ ਕਿਹਾ ਹੈ ਕਿ ਜਾਂ ਤਾਂ ਤੁਸੀਂ ਆਪੇ ਕਾਨੂੰਨ ਇਹਨਾਂ ਨੂੰ ਹੈਲਡ ਇਨ ਅਬੇਂਸ ਕਰੋ, ਨਹੀਂ ਤੇ ਅਸੀਂ ਇਹਨਾਂ ਨੂੰ ਸਟੇ ਕਰਾਂਗੇ ਜੀ। ਔਰ ਇਹ ਗਵਰਨਮੈਂਟ ਨੇ ਬਹੁਤ ਰੈਜ਼ਿਸਟ ਕੀਤਾ ਇਸ ਗੱਲ ਨੂੰ, ਔਰ ਉਹਨਾਂ ਨੇ ਕਿਹਾ ਜੀ ਕਿ ਇਹ ਕਾਨੂੰਨੀ ਤੌਰ ਤੇ ਤੁਸੀਂ ਕਰ ਨਹੀਂ ਸਕਦੇ। ਤੇ ਚੀਫ ਜਸਟਿਸ ਸਾਹਿਬ ਨੇ ਜੋ ਅੱਜ ਆਬਜ਼ਰਵੇਸ਼ਨ ਕੀਤੀਆਂ ਨੇ ਉਹਨਾਂ ਦੇ ਬੈਂਚ ਨੇ, ਮੈਂ ਸਮਝਦਾ ਹਾਂ ਕਿ ਉਹ ਬਹੁਤ ਹੀ ਫਾਰ ਰੀਚਿੰਗ ਨੇ, ਔਰ ਉਹਨਾਂ ਨੇ ਇਸ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆ ਜਾਂ ਸੈਂਸਿਟਿਵਿਟੀ ਨੂੰ ਸਮਝਦਿਆਂ ਹੋਇਆ ਇਹ ਸਭ ਕੁਝ ਕਿਹਾ ਹੈ ਜੀ। ਉਹਨਾਂ ਦਾ ਜਿਹੜਾ ਪਹਿਲਾਂ ਵੀ ਜਿਹੜੀ ਉਹਨਾਂ ਦੀ ਆਬਜ਼ਰਵੇਸ਼ਨ ਸੀ ਕਿ ਪੀਸਫੁਲ ਪ੍ਰੋਟੈਸਟ ਕਰਨਾ ਜਿਹੜਾ ਨਾ, ਉਹ ਹਰ ਇੱਕ ਡੈਮੋਕ੍ਰੈਟਿਕ ਕੰਟਰੀ ਵਿੱਚ ਸਿਟੀਜ਼ਨ ਦਾ ਰਾਈਟ ਹੈ। ਔਰ ਮੈਂ ਨਹੀਂ ਸਮਝਦਾ ਕਿ ਇਹੋ ਜਿਹਾ ਅੰਦੋਲਨ ਜਿਹੋ ਜਿਹਾ ਕਿਸਾਨਾਂ ਨੇ ਇਸ ਵੇਲੇ ਕੀਤਾ ਹੈ, ਉਹਦੀ ਕੋਈ ਮਿਸਾਲ ਦੁਨੀਆ 'ਚ ਮਿਲਦੀ ਹੈ। ਇੰਨਾ ਡਿਸਿਪਲਿਨ ਔਰ ਇੰਨਾ ਸੈਲਫ ਸਸਟੇਨ ਔਰ ਇੱਕ ਵੀ ਕਿਸੇ ਨੂੰ ਝਰੀਟ ਨਾ ਆਵੇ, ਔਰ ਇਸ ਨੂੰ ਫਿਰ ਬਾਵਜੂਦ ਇਸ ਦੇ ਕਿ ਉਹਨਾਂ ਦੇ ਕਈ ਔਕੜਾਂ ਸਾਹਮਣੇ ਆਈਆਂ, ਜਿਸ ਤਰ੍ਹਾਂ ਹਰਿਆਣਾ ਗਵਰਨਮੈਂਟ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਤੇ ਪਾਣੀ ਦੀਆਂ ਬਛਾੜਾਂ ਮਾਰੀਆਂ ਜਾਂ
ਟੀਅਰ ਗੈਸ ਸੈੱਲ ਚਲਾਏ, ਪਰ ਉਹਨਾਂ ਨੇ ਅੱਗੋਂ ਕੋਈ ਹਿੰਸਕ ਘਟਨਾ ਨਹੀਂ ਕੀਤੀ। ਔਰ ਜਾ ਕੇ ਅੱਜ ਤੋਂ 40 ਦਿਨ ਤੋਂ ਉੱਪਰ ਉਹ ਉੱਥੇ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਔਰ ਉਹਨਾਂ ਨੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਵੀ ਨਹੀਂ ਕੀਤਾ। ਰਾਦਰ ਉੱਥੇ ਇਲਾਕੇ ਦੇ ਲੋਕੀ ਨੇ ਉਹ ਬੜੇ ਖੁਸ਼ ਨੇ ਉਹਨਾਂ ਦੇ ਇਸ ਉੱਥੇ ਰਹਿਣ ਤੋਂ। ਜੀ तो ये मैं समझदा है कि सुप्रीम कोर्ट ने एक बहुत ही निर्णायक कदम लिया इस गल बारे लोकपक्षी और उन्होंने ये समझ है कि ये जिहड़ा इशू है ਇਹ ਕੋਈ ਇਹੋ ਜਿਹਾ ਨਹੀਂ ਕਿ ਜਿਹਨੂੰ ਟਾਲ ਮਟੋਲ ਕੀਤਾ ਜਾ ਸਕੇ। ਜੀ ਜਿਸ ਤਰ੍ਹਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਅਤੇ ਕਿਸਾਨ ਆਗੂ ਰਕੇਸ਼ ਟਕੈਤ ਨੇ ਆਖਿਆ ਸੀ ਕਿ ਅਦਾਲਤ ਜੋ ਮਰਜ਼ੀ ਫੈਸਲਾ ਦੇਵੇ ਜਾਂ ਜਿਸ ਤਰ੍ਹਾਂ ਦੇ ਮਰਜ਼ੀ ਆਦੇਸ਼ ਦੇਵੇ, ਪਰ ਕਿਉਂਕਿ ਇਹ ਕਿਸਾਨਾਂ ਦੀ ਰੋਟੀ ਰੋਜ਼ੀ ਦਾ ਮਸਲਾ ਹੈ, ਇਸ ਤੋਂ ਇਲਾਵਾ ਲੋਕਾਂ ਦਾ ਹੀ ਨਹੀਂ, ਉਹਨਾਂ ਦਾ ਇਹ ਦਾਅਵਾ ਹੈ ਕਿ ਇਹ ਸਾਰੇ ਲੋਕਾਂ ਤੇ ਸਾਰੇ ਆਵਾਮ ਤੇ ਇਹਨਾਂ ਕਾਨੂੰਨਾਂ ਦਾ ਅਸਰ ਪਏਗਾ, ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ, ਬੇਰੁਜ਼ਗਾਰੀ ਬਹੁਤ ਜ਼ਿਆਦਾ ਵਧੇਗੀ। ਤੇ ਕੀ ਉਹਨਾਂ ਦੀ ਇਸ ਟਿੱਪਣੀ ਤੇ ਤੁਸੀਂ ਕੀ ਆਖੋਗੇ? ਦੇਖੋ ਗੱਲ ਇਸ ਤਰ੍ਹਾਂ ਹੈ ਜੀ ਕਿ ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਕੋਰਟ ਤੇ ਲੋਕਾਂ ਨੂੰ ਬਹੁਤ ਆਸ ਹੁੰਦੀ, ਆਮ ਜਨਤਾ ਨੂੰ, ਗਰੀਬ ਗੁਰਬੇ ਨੂੰ ਬੜੀ ਆਸ ਹੁੰਦੀ ਕਿ ਉਹਨੂੰ ਜੇ ਕੋਈ ਧੱਕਾ ਕਰੇਗਾ ਤਾਂ ਉਹਨੂੰ ਅਦਾਲਤ ਤੋਂ ਜਸਟਿਸ ਮਿਲ ਜਾਏਗਾ। ਕੁਝ ਲੋਕਾਂ ਦੀ ਇਸ ਆਸ ਨੂੰ ਮੈਨੂੰ ਕੋਈ ਸ਼ੰਕਾ ਨਹੀਂ ਇਸ ਗੱਲ 'ਚ ਕਹਿਣ ਦੀ ਕਿ ਥੋੜੀ ਢਾਸ ਲੱਗੀ ਸੀ ਲੇਟਲੀ, ਜਿੱਦਾਂ ਦੇ ਫੈਸਲੇ ਕੋਈ ਅਦਾਲਤਾਂ ਨੇ ਕੀਤੇ ਔਰ ਉਹ ਲੋਕਾਂ ਨੂੰ ਕੁਝ ਸ਼ੰਕਾ ਪੈਦਾ ਹੋ ਗਈ ਸੀ ਕਿ ਕੋਰਟ ਕਚਹਿਰੀਆਂ ਦੇ ਵਿੱਚ ਜਾ ਕੇ ਸ਼ਾਇਦ ਸਾਨੂੰ ਨਿਆਂ ਨਾ ਮਿਲ ਸਕੇ ਜਾਂ ਉਹਨਾਂ ਦੀ ਜਿਹੜੀ ਪੂਰੀ ਗ੍ਰੀਵੈਂਸ ਹੈ ਉਹਨੂੰ ਸਮਝਣ ਤੋਂ ਬਿਨਾ ਗਵਰਨਮੈਂਟ ਦਾ ਪੱਖ ਨਾ ਕਿਤੇ ਰੱਖਿਆ ਜਾਵੇ। ਮੇਰਾ ਖਿਆਲ ਹੈ ਕਿ ਇਹ ਇੱਕ ਲੈਕ ਆਫ ਜਿਹੜਾ ਉਹਨਾਂ ਦਾ ਤੁਸੀਂ ਕੌਨਫੀਡੈਂਸ ਕਹਿ ਲਓ ਜਾਂ ਉਹਨਾਂ ਦਾ ਇੱਕ ਸ਼ੰਕਾ ਕਹਿ ਲਓ, ਉਹ ਸ਼ੰਕਾ ਜਿਹੜੀ ਸੀ ਕੋਈ ਬੇਵਜ੍ਹਾ ਨਹੀਂ ਸੀ। ਉਹ ਸ਼ੰਕਾ ਦੇ ਮਗਰ ਕੁਝ ਤੱਥ ਸਨ ਜਿਹੜੇ ਕਿ ਲੋਕਾਂ ਦੇ ਮਨ 'ਚ ਐਪਰੀਹੈਂਸ਼ਨ ਕ੍ਰੀਏਟ ਕਰਦੇ ਨੇ ਕਿ ਹੋ ਸਕਦਾ ਹੈ ਕਿ ਸਾਨੂੰ ਪੂਰਾ ਉੱਥੇ ਇਨਸਾਫ ਨਾ ਮਿਲ ਸਕੇ। ਉਹ ਇਸ ਕਰਕੇ ਸ਼ਾਇਦ ਉਹਨਾਂ ਨੇ ਕੋਈ ਇਹੋ ਜਿਹੀ ਬਿਆਨਬਾਜ਼ੀ ਕੀਤੀ ਹੋਏਗੀ। ਔਰ ਮੈਂ ਸਮਝਦਾ ਕਿ ਸੁਪਰੀਮ ਕੋਰਟ ਨੇ ਬੜੀ ਸੈਂਸਿਟਿਵ ਸਿਚੁਏਸ਼ਨ ਨੂੰ ਬੜੀ ਪ੍ਰੋਪਰ ਤਰੀਕੇ ਨਾਲ ਹੈਂਡਲ ਕੀਤਾ ਹੈ। ਔਰ ਇਹ ਜੇ ਉਹਨਾਂ ਦਾ ਇੱਕ ਪੀਸਫੁਲ ਪ੍ਰੋਟੈਸਟ ਜਾਂ ਸੱਤਿਆਗ੍ਰਹਿ ਕਰਨਾ ਇੱਕ ਉਹਨਾਂ ਦਾ ਲੀਗਲ ਐਂਡ ਕਨਸਟੀਟਿਊਸ਼ਨਲ ਰਾਈਟ ਹੈ ਕਿਸਾਨਾਂ ਦਾ, ਤੇ ਉਸ ਨੂੰ ਫਿਰ ਕਿਤਰ ਬਿਤਰ ਕਰਨਾ ਜਾਂ ਉਹਨੂੰ ਕਿਸੇ ਵੀ ਤਰੀਕੇ ਨਾਲ, ਚਾਹੇ ਉਹ ਅਦਾਲਤ ਦੇ ਥਰੂ ਹੋਵੇ ਚਾਹੇ ਉਹ ਗਵਰਨਮੈਂਟ ਦੇ ਫੋਰਸ ਦੇ ਥਰੂ ਹੋਵੇ, ਉਹ ਜਿਹੜਾ ਬਿਲਕੁਲ ਅਨਕਨਸਟੀਟਿਊਸ਼ਨਲ ਹੋਏਗਾ। ਤੇ ਸੁਪਰੀਮ ਕੋਰਟ ਨੇ ਅੱਜ ਬੜੇ ਭਾਵਕ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਹੱਥ ਖੂਨ ਉਹ ਇਸ ਦੇ ਗੱਲ ਦੇ ਭਾਈਵਾਲ ਨਹੀਂ ਹੋਣਾ ਚਾਹੁੰਦੇ ਕਿ ਉਹਨਾਂ ਦੇ ਹੱਥ ਵੀ ਖੂਨ ਨਾ ਰੰਗੇ ਲੋਕਾਂ ਦੇ ਖੂਨ ਨਾਲ। ਹਾਂਜੀ, ਇਹ ਬੜਾ ਸੈਂਸਿਟਿਵ ਇਸ਼ੂ ਹੈ। ਉਹਨਾਂ ਨੇ ਬੜਾ ਉਹਨਾਂ ਨੂੰ ਪਤਾ ਹੈ ਕਿ ਉੱਥੇ ਸਿਚੁਏਸ਼ਨ ਕੀ ਹੈ ਔਰ ਕੀ ਹੋ ਸਕਦੀ ਹੈ। ਲੱਖਾਂ ਦੀ ਤਾਦਾਦ 'ਚ ਉੱਥੇ ਲੋਕੀ ਬੈਠੇ ਨੇ, ਇੰਨੀ ਠੰਡ 'ਚ ਬੈਠੇ ਨੇ। ਸੁਪਰੀਮ ਕੋਰਟ ਨੇ ਵੀ ਅਬਜ਼ਰਵ ਕੀਤਾ ਕਿ ਉੱਥੇ ਮਾਤਾਵਾਂ ਬੈਠੀਆਂ ਨੇ, ਬਜ਼ੁਰਗ ਲੋਕ ਬੈਠੇ ਨੇ, ਬੱਚੇ ਬੈਠੇ ਨੇ, 60 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਉੱਥੇ। ਇਹ ਬੜਾ ਸੈਂਸਿਟਿਵ ਇਸ਼ੂ ਹੈ। ਨਾ ਇੱਥੇ ਇਸ ਮੁਲਕ ਦੇ ਵਿੱਚ ਇੱਕ ਐਕਟਰ ਸੁਸਾਈਡ ਕਰ ਲੈਂਦਾ ਤੇ ਉਹਦੇ ਤੇ ਨੈਸ਼ਨਲ ਟੀਵੀ ਜਿਹੜੀ ਹੈ ਉਹ 10 ਦਿਨ ਜਾਂ 2 ਮਹੀਨੇ ਜਾਂ 6 ਮਹੀਨੇ ਦੀ ਡਿਬੇਟ ਕੰਟੀਨਿਊਸਲੀ ਕਰਦੇ ਨੇ। ਪਰ ਇੱਥੇ 60 ਬੰਦੇ ਦੀ ਮੌਤ ਇੱਕ ਪੀਸਫੁਲ ਪ੍ਰੋਟੈਸਟ ਹੋ ਜਾਏ ਤੇ ਕਿਸੇ ਦੇ ਸਿਰ ਤੇ ਜੂ ਨਾ ਸਰਕੇ। ਔਰ ਉਹਨਾਂ ਨੇ ਬੜਾ ਗਵਰਨਮੈਂਟ ਨੂੰ ਬੜਾ ਹੀ ਮੈਂ ਸਮਝਦਾ ਕਿ ਸੁਝਾਅ ਦਿੱਤਾ ਸੀ ਕਿ ਤੁਸੀਂ ਆਪ ਹੀ ਇਸ ਕਾਨੂੰਨ ਨੂੰ ਅਜੇ ਹੈਲਡ ਇਨ ਅਬੇਂਸ ਕਰ ਲਓ। ਮੇਰਾ ਖਿਆਲ ਹੈ ਗਵਰਨਮੈਂਟ ਨੂੰ ਇਹ ਮੰਨ ਜਾਣਾ ਚਾਹੀਦਾ ਸੀ। ਨਹੀਂ ਮੰਨੇਗੀ ਤੇ ਸੁਪਰੀਮ ਕੋਰਟ ਜ਼ਰੂਰ ਅੱਜ ਨਿਰਣਾਇਕ ਫੈਸਲਾ ਕਰਨਗੇ। ਜਿਸ ਤਰ੍ਹਾਂ ਤੁਸੀਂ ਲੋਕਾਂ ਦਾ ਭਰੋਸਾ ਸੁਪਰੀਮ ਕੋਰਟ ਵਿੱਚ, ਨਿਆਂਪਾਲਿਕਾ ਵਿੱਚ, ਕਿਉਂਕਿ ਜੋ ਆਮ ਲੋਕਾਂ ਦੇ ਬਹੁਤ ਵੱਡੇ ਮਸਲੇ ਨੇ, ਜਦੋਂ ਉਹਨਾਂ ਨੂੰ ਨਿਆਂ ਨਹੀਂ ਮਿਲਦਾ ਤਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਇਸ ਨਿਜ਼ਾਮ ਵਿੱਚ ਸਾਡੀ ਆਖਰੀ ਟੇਕ ਸੁਪਰੀਮ ਕੋਰਟ ਹੈ, ਉਸ ਅਦਾਲਤ ਹੈ, ਨਿਆਂਪਾਲਿਕਾ ਹੈ। ਤੇ ਉਹ ਤੁਸੀਂ ਕਹਿ ਹੀ ਚੁੱਕੇ ਹੋ ਕਿ ਭਰੋਸੇਯੋਗਤਾ ਬਣਾਈ ਹੈ ਸੁਪਰੀਮ ਕੋਰਟ ਨੇ। ਪਿਛਲੇ ਕੁਝ ਸਮੇਂ ਵਿੱਚ ਇਹੋ ਜਿਹਾ ਹੁੰਦਾ ਰਿਹਾ ਜਦੋਂ ਡੈਂਟ ਪਿਆ ਸੀ ਭਰੋਸੇਯੋਗਤਾ ਨੂੰ, ਤੇ ਉਹ ਤੁਸੀਂ ਕਹਿ ਚੁੱਕੇ ਹੋ ਕਿ ਬਹਾਲ ਹੋਈ ਹੈ ਇਹਦੇ ਨਾਲ। ਕੀ ਤੁਸੀਂ ਕੋਈ ਇਹੋ ਜਿਹੇ ਸੁਝਾਅ ਦਿਓਗੇ ਨਿਆਂਪਾਲਿਕਾ ਨੂੰ ਕਿ ਜਿਹੋ ਜਿਹੀ ਇਸ ਵੇਲੇ ਦੁਨੀਆ ਭਰ 'ਚ ਲਹਿਰ ਚੱਲ ਰਹੀ ਹੈ, ਬਹੁਤ ਕੁਝ ਆਮ ਲੋਕਾਂ ਦੇ ਖਿਲਾਫ ਹੋ ਰਿਹਾ ਹੈ, ਤੇ ਭਾਰਤ ਵਿੱਚ ਜਿਸ ਤਰ੍ਹਾਂ ਚੌਥਾ ਇਹ ਮੁੱਖ ਥੰਮ ਹੈ ਨਿਆਂਪਾਲਿਕਾ ਸਾਡੇ ਡੈਮੋਕ੍ਰੈਟਿਕ ਸੈਟਅਪ ਦਾ, ਤੇ ਹੋਰ ਸੁਪਰੀਮ ਕੋਰਟ ਜਾਂ ਸਾਡੀ ਨਿਆਂਪਾਲਿਕਾ ਕੀ ਕਰੇ ਕਿ ਆਮ ਲੋਕਾਂ ਦਾ ਇਹਦੇ 'ਚ ਬਹੁਤ ਜ਼ਿਆਦਾ ਭਰੋਸਾ ਬੱਝੇ? ਦੇਖੋ ਗੱਲ ਇਸ ਤਰ੍ਹਾਂ ਜੀ ਕਿ ਕਨਸਟੀਟਿਊਸ਼ਨਲ ਕੋਰਟ ਜਿਹੜੇ ਵੀ ਨੇ, ਜਿਸ ਤਰ੍ਹਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ, ਉਹਨਾਂ ਕੋਲ ਬੜੀਆਂ ਵਾਈਡ ਪਾਵਰਸ ਨੇ ਰਿਟ ਇਸ਼ੂ ਕਰਨੀ। ਕੋਈ ਵੀ ਗਵਰਨਮੈਂਟ ਜਿਹੜਾ ਗਲਤ ਕੰਮ ਕਰਦੀ ਹੈ ਉਹਦੇ ਖਿਲਾਫ ਹਾਈ ਕੋਰਟ ਨੂੰ ਜਾਂ ਸੁਪਰੀਮ ਕੋਰਟ ਨੂੰ ਡਾਇਰੈਕਟਲੀ ਅਪਰੋਚ ਕੀਤਾ ਜਾ ਸਕਦਾ। ਔਰ
ਪਿੱਛੇ ਦੇਖਿਆ ਗਿਆ ਹੈ ਕਿ ਜਦੋਂ ਦੀ ਕੋਈ ਪ੍ਰੈਜ਼ੈਂਟ ਗਵਰਨਮੈਂਟ ਜਿਹੜੀ ਆਈ ਹੈ ਉਹ ਆਪਣੇ ਆਪ ਨੂੰ ਬੜਾ ਇੱਕ ਐਰੋਗੈਂਟਲੀ ਬਿਹੇਵ ਕਰ ਰਿਹਾ। ਉਹਨਾਂ ਨੇ ਜਿੰਨੇ ਵੀ ਕਾਨੂੰਨ ਜਿਹੜੇ ਲੇਟਲੀ ਪਾਸ ਕੀਤੇ ਨੇ ਬੜੇ ਧੱਕੇ ਨਾਲ ਕੀਤੇ ਨੇ। ਤੁਸੀਂ ਉਹ ਕਸ਼ਮੀਰ ਦਾ ਮਸਲਾ ਲੈ ਲਓ ਜਾਂ CAA ਵਾਲਾ ਲੈ ਲਓ, ਹੁਣ ਕਿਰਤ ਕਾਨੂੰਨ, ਲੇਬਰ ਲਾਜ਼ 25 ਦੇ 25 ਸਾਰੇ ਉਹਨਾਂ ਨੇ ਖਤਮ ਕਰ ਦਿੱਤੇ। ਚਾਰ ਉਹਦੇ ਵਿੱਚ ਲੈ ਆਂਦੇ ਜੋੜ ਕੇ, ਹਾਂਜੀ ਜੋੜ ਕੇ 4 ਲੈ ਆਂਦੇ ਜੀ। ਔਰ ਇਹ ਕਿਸਾਨਾਂ ਦੇ ਪੱਖੀ ਜਿਹੜੇ ਖਿਲਾਫ ਕਾਨੂੰਨ ਨੇ ਉਹਨਾਂ ਨੂੰ ਜਿਸ ਤਰ੍ਹਾਂ ਪਾਸ ਕੀਤਾ ਗਿਆ। ਦੇਖੋ ਨਾ, ਇੱਕ ਆਰਡੀਨੈਂਸ ਲਿਆਂਦਾ ਗਿਆ ਡਿਊਰਿੰਗ ਕੋਵਿਡ ਜੀ, ਜਦੋਂ ਕਿ ਆਰਡੀਨੈਂਸ ਉਦੋਂ ਆ ਸਕਦਾ ਜਦੋਂ ਕੋਈ ਐਮਰਜੈਂਸੀ ਹੋਵੇ। ਕੀ ਐਮਰਜੈਂਸੀ ਸੀ ਇਹਨਾਂ ਕਾਨੂੰਨਾਂ ਨੂੰ ਲਿਆਉਣ ਦੀ? ਫਿਰ ਉਸ ਨੂੰ ਜਿਸ ਹਿਸਾਬ ਨਾਲ ਰਾਜ ਸਭਾ 'ਚ ਪਾਸ ਕੀਤਾ ਗਿਆ, ਮੇਰਾ ਖਿਆਲ ਹੈ ਇਹ ਇੱਕ ਐਰੋਗੈਂਟ ਗਵਰਨਮੈਂਟ ਦਾ ਨਿਸ਼ਾਨੀ ਹੈ। ਕਿ ਇਹ ਮੰਨੀਏ ਆਪਾਂ ਕਿ ਕੋਵਿਡ ਦੌਰਾਨ ਜਿਹੜੇ ਇਹ ਕਾਨੂੰਨ ਆਏ ਨੇ, ਇੰਨੀ ਐਮਰਜੈਂਸੀ ਨਹੀਂ ਸੀ ਕਿ ਇਹਨਾਂ ਨੇ ਕੋਵਿਡ ਦਾ ਆਸਰਾ ਲਿਆ? ਬਿਲਕੁਲ ਆਸਰਾ ਲਿਆ ਜੀ ਕੋਵਿਡ ਦਾ। ਉਹਨਾਂ ਨੂੰ ਇਹ ਸੀ ਕਿ ਲੋਕੀ ਕੋਵਿਡ ਨਾਲ ਜੂਝ ਰਹੇ ਨੇ ਤੇ ਫਟਾਫਟ ਤੁਸੀਂ ਆਰਡੀਨੈਂਸ ਲੈ ਆਓ, ਇਕੱਠੇ ਨਹੀਂ ਹੋ ਸਕਣਗੇ। ਹਾਂ, ਮਤਲਬ ਉਹਨਾਂ ਨੂੰ ਇਹ ਸੀਗਾ ਕਿ ਕੋਈ ਇਹਦੇ ਖਿਲਾਫ ਬਹੁਤਾ ਮੁਹਿੰਮ ਨਹੀਂ ਬਣ ਸਕੇਗੀ। ਫਿਰ ਉਹਨਾਂ ਨੇ ਕਾਨੂੰਨ ਬਣਾਤਾ ਉਹਨਾਂ ਦਾ। ਉਹ ਰਾਜ ਸਭਾ ਜਿਸ ਤਰ੍ਹਾਂ ਪਾਸ ਹੋਇਆ ਇੱਕ ਬੜੇ ਮੰਦਭਾਗਾ ਹੈ, ਇਸ ਤਰ੍ਹਾਂ ਕਾਨੂੰਨ ਨਹੀਂ ਬਣਾਏ ਜਾਂਦੇ। ਔਰ ਇਹਨਾਂ ਨੂੰ ਮੇਰਾ ਖਿਆਲ ਗਵਰਨਮੈਂਟ ਨੂੰ ਇਹ ਵੀ ਸੀਗਾ ਕਿ ਜਿਸ ਤਰ੍ਹਾਂ ਐਗਰੀਕਲਚਰ ਮਿਨਿਸਟਰ ਨੇ ਪਿਛਲੀ ਮੀਟਿੰਗ ਵਿੱਚ ਕਿਸਾਨਾਂ ਨੂੰ ਕਿਹਾ ਕਿ ਜੇ ਤੁਹਾਨੂੰ ਕੋਈ ਇਤਰਾਜ਼ ਹੈ ਤਾਂ ਤੁਸੀਂ ਕੋਰਟ 'ਚ ਚਲੇ ਜਾਓ। ਉਹਨਾਂ ਨੂੰ ਇਹ ਸੀਗਾ ਕਿ ਕੋਰਟ ਤੋਂ ਜਿਸ ਤਰ੍ਹਾਂ ਅੱਗੇ ਉਹਨਾਂ ਨੂੰ ਅਸੀਂ ਮਨਮਰਜ਼ੀਆਂ ਕਰਵਾ ਨਹੀਂ ਸਕਦੇ, ਵੀ ਉਹਨਾਂ ਨੂੰ ਲਾਜ ਸੀ ਕਿ ਕੋਰਟ 'ਚੋਂ ਇਹਨਾਂ ਨੂੰ ਕੁਝ ਮਿਲਣਾ ਨਹੀਂ, ਕੋਰਟ ਨੇ ਆਪਣਾ ਇਹਨਾਂ ਨੂੰ ਧੱਕਾ ਦੇ ਦੇਣਗੇ। ਇਸ ਕਰਕੇ ਉਹਨਾਂ ਨੇ ਇਹ ਕੀਤਾ। ਪਰ ਉਹਨਾਂ ਨੂੰ ਅੱਜ ਜਿਹੜਾ ਸੁਪਰੀਮ ਕੋਰਟ ਨੇ ਕੀਤਾ ਹੈ ਉਹ ਮੇਰੇ ਵਿਚਾਰ ਨਾਲ ਬਹੁਤ ਹੀ ਸ਼ਲਾਘਾਯੋਗ ਹੈ। ਪਰ ਜਿਸ ਤਰ੍ਹਾਂ ਖੇਤੀ ਮੰਤਰੀ ਨਰਿੰਦਰ ਤੋਮਰ ਹੋਰਾਂ ਨੇ ਆਖਿਆ ਸੀ ਕਿ ਤੁਸੀਂ ਕੋਰਟ ਜਾਓ, ਜਿਸ ਤਰ੍ਹਾਂ ਇੱਕ ਉਕਸਾਹਟ ਪੈਦਾ ਕੀਤੀ ਜਾ ਰਹੀ ਸੀ ਤੇ ਕਿਸਾਨ ਲੀਡਰਸ਼ਿਪ ਖਾਸ ਕਰਕੇ ਬਲਵੀਰ ਸਿੰਘ ਰਾਜੇਵਾਲ ਉਹ ਕਹਿੰਦੇ ਸੀ ਅਸੀਂ ਕੋਰਟ ਨਹੀਂ ਜਾਵਾਂਗੇ ਕਿਉਂਕਿ ਕੇਂਦਰ ਦਾ ਖੇਤੀ ਕਾਨੂੰਨ ਲਿਆਉਣਾ ਉਹਨਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ। ਇਹ ਰਾਜਾਂ ਦਾ ਫੈਸਲਾ ਅਧਿਕਾਰ ਖੇਤਰ ਹੈ ਤੇ ਇਸ ਕਰਕੇ ਅਸੀਂ ਕੋਰਟ ਨਹੀਂ ਜਾਵਾਂਗੇ ਕਿਉਂਕਿ ਇਹ ਹੈ ਹੀ ਗੈਰ ਸੰਵਿਧਾਨਕ। ਤਾਂ ਕੀ ਨਰਿੰਦਰ ਤੋਮਰ ਹੋਰਾਂ ਦਾ ਜਿਹੜਾ ਭਰੋਸਾ ਸੀ, ਸਵੈ ਭਰੋਸਾ ਕਿ ਤੁਸੀਂ ਕੋਰਟ ਵਿੱਚ ਜਾਓ, ਕੀ ਇਹ ਆਪਣੇ ਆਪ ਨਹੀਂ ਸੀ ਲੱਗਦਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਨਿਆਂਪਾਲਿਕਾ 'ਚ ਦਖਲਅੰਦਾਜ਼ੀ ਕਰਾਂਗੇ? ਸਰਕਾਰ ਨੂੰ ਕਿਤੇ ਭਰੋਸਾ ਸੀ? ਜਿਸ ਤਰ੍ਹਾਂ ਆਪਣਾ ਉਹਨਾਂ ਨੇ ਅੱਜ ਆਰਗੂ ਕੀਤਾ ਉੱਤੇ ਕੋਰਟ ਦੇ ਵਿੱਚ ਜੀ, ਉਹ ਇਹ ਲੱਗਦਾ ਸੀ ਕਿ ਕੋਰਟ ਦੇ ਵਿੱਚੋਂ ਉਹਨਾਂ ਨੂੰ ਲੱਗਦਾ ਸੀ ਕਿ ਕੋਰਟ 'ਚ ਜਾਣਗੇ ਤੇ ਅਸੀਂ ਉੱਥੇ ਆਪਣੇ ਵਕੀਲ ਪੇਸ਼ ਕਰਕੇ ਤੇ ਆਪਣਾ ਪੱਖ ਰੱਖ ਕੇ ਅਸੀਂ ਉਹਨਾਂ ਨੂੰ ਜਿੱਤ ਪਾਵਾਂਗੇ ਜੀ। ਉਹ ਸੁਪਰੀਮ ਕੋਰਟ ਨੇ ਅੱਜ ਬੜੀ ਬੁਰੀ ਤਰ੍ਹਾਂ ਉਹਨਾਂ ਨੂੰ ਨਕਾਰਿਆ। ਇਹ ਮੈਂ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਜਿੰਨੇ ਕਾਨੂੰਨ ਬਣਾਏ ਗਏ ਨੇ ਟੋਟਲੀ ਅਨਕਨਸਟੀਟਿਊਸ਼ਨਲ ਨੇ ਜੀ। ਇਸ ਕਰਕੇ ਅਨਕਨਸਟੀਟਿਊਸ਼ਨਲ ਨੇ ਕਿ ਐਗਰੀਕਲਚਰ, ਮਾਰਕੀਟਿੰਗ ਔਰ ਟ੍ਰੇਡ ਵਿਦਨ ਦੀ ਸਟੇਟ, ਇਹ ਸਾਰੇ ਸਟੇਟ ਸਬਜੈਕਟ ਨੇ। ਕੰਕਰੈਂਟ ਲਿਸਟ ਵਿੱਚ ਸਿਰਫ ਟ੍ਰੇਡ ਵਿਦਨ ਇੰਟਰ ਸਟੇਟ ਹੈ ਜੀ ਜੀ। तो मैं नहीं समझदा कि ਜਿਹੜੀ ਐਗਰੀਕਲਚਰ ਪ੍ਰੋਡਿਊਸ ਹੈ ਉਹ ਕੋਈ ਟ੍ਰੇਡ ਕੀਤੀ ਜਾਂਦੀ ਹੈ, ਉਹ ਹਮੇਸ਼ਾ ਮਾਰਕੀਟ ਕੀਤੀ ਜਾਂਦੀ ਹੈ ਜੀ। ਔਰ ਇਸ ਕਰਕੇ ਇਹ ਜਿਹੜਾ ਕਾਨੂੰਨ ਉਹਨਾਂ ਨੇ ਐਂਟਰੀ 33 ਐਂਟਰੀ ਜਿਹੜੀ ਕੰਕਰੈਂਟ ਲਿਸਟ ਦੇ ਵਿੱਚ ਉਹਦੇ ਬੇਸਿਸ ਤੇ ਜਿਹੜਾ ਇਹ ਕਾਨੂੰਨ ਬਣਾਇਆ ਹੈ ਨਾ, ਇਹ ਬਣਾ ਨਹੀਂ ਸਕਦੇ ਸੀ। ਮੇਰਾ ਖਿਆਲ ਸੁਪਰੀਮ ਕੋਰਟ ਨੇ ਕੁਝ ਇਹਦੇ ਬਾਰੇ ਵੀ ਅੱਜ ਆਬਜ਼ਰਵੇਸ਼ਨ ਕੀਤੀਆਂ, ਉਹਨਾਂ ਨੇ ਓਰਲ ਆਬਜ਼ਰਵੇਸ਼ਨ ਕੀਤੀਆਂ। ਦੇਖਣਾ ਇਹ ਹੈ ਕਿ ਹੁਣ ਜਿਹੜਾ ਫਾਈਨਲ ਆਰਡਰ ਉਹਨਾਂ ਨੇ ਪਾਸ ਕੀਤਾ ਉਹਦੇ ਚ ਕੀ ਅਲਟੀਮੇਟਲੀ ਕਹਿੰਦੇ ਨੇ, ਕਿਉਂਕਿ ਉਹਨਾਂ ਨੂੰ ਬੜਾ ਰੈਜ਼ਿਸਟ ਕੀਤਾ ਗਿਆ। ਅਟਾਰਨੀ ਜਨਰਲ ਨੇ ਇੱਥੋਂ ਤੱਕ ਕਿਹਾ ਜੀ ਤੁਸੀਂ ਅੱਜ ਆਰਡਰ ਨਾ ਕਰੋ, ਕੱਲ ਕਰ ਦੇਣਾ। ਫਿਰ ਸੁਪਰੀਮ ਕੋਰਟ ਨੇ ਕਿਹਾ ਕਿਉਂ ਜੀ, ਅਸੀਂ ਅੱਜ ਕਿਉਂ ਨਾ ਕਰੀਏ, ਅਸੀਂ ਅੱਜ ਹੀ ਕਰਾਂਗੇ, ਕੁਝ ਅੱਜ ਕਰਾਂਗੇ, ਕੁਝ ਕੱਲ ਕਰਾਂਗੇ ਜੀ ਜੀ। ਤਾਂ ਮਤਲਬ ਸੁਪਰੀਮ ਕੋਰਟ ਥੋੜਾ ਫਰਮ ਹੈ। ਇਸ ਕਰਕੇ ਫਰਮ ਹੈ ਕਿ ਕਿਉਂਕਿ ਉਹ ਕਨਵਿੰਸ ਨੇ ਕਿ ਇਹ ਜਿਹੜਾ ਪੀਸਫੁਲ ਸੱਤਿਆਗ੍ਰਹਿ ਹੈ ਜਿਹੜਾ ਕਿਸਾਨਾਂ ਨੇ ਕੀਤਾ ਹੈ ਉਹ ਜਸਟੀਫਾਈਡ ਹੈ। ਫਿਰ ਸੈਕੰਡਲੀ ਮੈਂ ਤਾਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਤੁਸੀਂ ਦੇਖੋ ਕੱਲ ਅਮਰੀਕਾ 'ਚ ਕੀ ਹਾਲ ਹੋਇਆ। ਹਾਂਜੀ, ਲੋਕਾਂ ਨੇ ਉੱਥੇ ਕਿੰਨਾ ਐਜੀਟੇਸ਼ਨ ਕੀਤੀ, ਮਤਲਬ ਇੱਕ ਹੁੱਲੜਬਾਜ਼ੀ ਕੀਤੀ। ਜਿਸ ਤਰ੍ਹਾਂ ਕੰਪੇਅਰ ਕਰੋ ਤੁਸੀਂ ਇਸ ਸੱਤਿਆਗ੍ਰਹਿ ਨਾਲ ਜਿਹੜਾ ਕਿਸਾਨਾਂ ਨੇ ਕੀਤਾ, ਇਹ ਕਿੰਨੀ ਐਪਰੀਸ਼ੀਏਬਲ ਗੱਲ ਹੈ। ਔਰ ਜੇ ਸੁਪਰੀਮ ਕੋਰਟ ਨੇ ਇਸੇ ਮੱਦੇਨਜ਼ਰ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਸੁਪਰੀਮ ਕੋਰਟ ਨੇ ਇਹ ਜ਼ਰੂਰ ਕਿਹਾ ਹੈ ਕਿ ਉਹਨਾਂ ਦਾ ਰਾਈਟ ਹੈ ਬਣਨਾ, ਡੈਮੋਕ੍ਰੈਟਿਕ ਰਾਈਟ ਹੈ ਟੂ ਪ੍ਰੋਟੈਸਟ ਅਗੇਂਸਟ ਐਨੀ ਇਲੀਗਲ ਡਨ ਬਾय ਦ ਗਵਰਨਮੈਂਟ ਔਰ ਐਨੀਬਡੀ। ਸੋ ਮੈਂ ਸਮਝਦਾ ਹੈ ਕਿ ਬੜਾ ਹੀ ਇੱਕ ਅੱਛਾ ਕਦਮ ਹੈ ਜਿਹੜਾ ਕਿ ਇਸ ਸੋਲੂਸ਼ਨ ਵੱਲ ਜਾ ਸਕਦਾ। ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨਸ ਦਾ ਇੱਕ ਚਾਰਟਰ ਹੈ 2018 ਦਾ ਕਿ ਇੱਕ ਇੰਟਰਨੈਸ਼ਨਲ ਲਾਅ ਆਪਾਂ ਸਮਝ ਲਈਏ ਨਾ ਕਿ ਕਿਸਾਨਾਂ ਅਤੇ ਪੇਂਡੂ ਖੇਤਰਾਂ ਨਾਲ ਸੰਬੰਧਿਤ ਭਾਈਚਾਰਿਆਂ ਦੀ ਰਾਏ ਲਏ ਬਿਨਾਂ ਉਹਨਾਂ ਸੰਬੰਧੀ ਕੋਈ ਕਾਨੂੰਨ ਨਹੀਂ ਬਣਾਏ ਜਾ ਸਕਦੇ ਤੇ ਜਿਹਦਾ ਭਾਰਤ ਵੀ ਸਿਗਨੇਟਰੀ ਹੈ। ਕਿ ਇਹਦਾ ਵੀ ਯੂਨਾਈਟਿਡ ਨੇਸ਼ਨਸ ਤੱਕ ਵੀ ਕੋਈ ਇਹ ਪਹੁੰਚ ਸਕਦੇ ਨੇ? ਦੇਖੋ ਗੱਲ ਹੈ ਕਿ ਜਾਂ ਉਹਨਾਂ ਦਾ ਸਾਡੇ ਭਾਰਤ ਦੇ ਬਾਰੇ ਸੋਚਣਾ ਕੁਝ ਹੋ ਸਕਦਾ ਕਿ ਨਹੀਂ ਇਹ ਗਲਤ ਕਰ ਰਹੇ ਨੇ, ਹਿੰਦੁਸਤਾਨ ਗਲਤ ਕਰ ਰਿਹਾ, ਇੰਡੀਆ ਸਰਕਾਰ। ਦੇਖੋ ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਇੰਡੀਆ ਨੇ ਸਿਗਨੇਚਰਸ ਕੀਤੇ ਸੀ ਇਸ ਐਸਪੈਕਟ ਦੇ ਉੱਤੇ ਜੀ, ਉਹਦੇ ਤੇ ਬੜੇ ਵੱਡੇ ਮੁਲਕ ਨਹੀਂ ਸੀ ਮੰਨੇ। ਇਹ ਸਿਰਫ ਇੰਡੀਆ ਨੇ ਸਿਗਨੇਚਰ ਕੀਤੇ ਸੀ, ਉਹਦਾ ਬੜੀ ਵਾਹ-ਵਾਹ ਖੱਟੀ।
ਹਾਂਜੀ ਤੇ ਹੁਣ ਉਹ ਹੀ ਵਾਵਾ ਦੇ ਖਿਲਾਫ ਇਹ ਕੰਮ ਕਰ ਰਹੀ ਹੈ ਇੰਡੀਅਨ ਗਵਰਨਮੈਂਟ। ਇਹ ਯੂਨਾਈਟਿਡ ਨੇਸ਼ਨਸ ਦੀਆਂ ਜੋ ਵੀ ਸੈਂਕਸ਼ਨਸ ਹੁੰਦੀਆਂ ਨੇ ਉਹ ਇਫੈਕਟਿਵ ਨਹੀਂ ਹੁੰਦੀਆਂ, ਉਹ ਲਾਈਆਂ ਨਹੀਂ ਜਾ ਸਕਦੀਆਂ। ਇੱਕ ਮੋਰਲ ਅਥਾਰਟੀ ਹੁੰਦੀ ਜੀ ਯੂਨਾਈਟਿਡ ਨੇਸ਼ਨਸ ਦੀ, ਤੇ ਉਹ ਮੋਰਲ ਅਥਾਰਟੀ ਚ ਡੈਫੀਨਿਟਲੀ ਇੰਡੀਆ ਜਿਹੜਾ ਨਾ ਉਹ ਵੀਕਨ ਹੋਏਗਾ। ਔਰ ਮੇਰੇ ਹਿਸਾਬ ਨਾਲ ਜਿੰਨੇ ਵੀ ਆਪਣੇ ਸਾਰੇ ਇੰਟਰਨੈਸ਼ਨਲ ਬੁਲਾਰੇ ਨੇ ਜਾਂ ਜਿਹੜੇ ਹੋਰ ਵੀ ਨੇ ਸਾਡੇ ਜਿਹੜੇ ਬੁੱਧੀਜੀਵੀ ਨੇ, ਉਹਨਾਂ ਨੂੰ ਇਹ ਗੱਲ ਸਟ੍ਰੈਸ ਕਰਨੀ ਚਾਹੀਦੀ ਹੈ ਕਿ ਇੱਕ ਪਾਸੇ ਤੇ ਤੁਸੀਂ ਆਪਣਾ ਬੜਾ ਮੋਰਲ ਸਟੈਂਡ ਦਿਖਾਇਆ ਤੇ ਹੁਣ ਉਸੇ ਮੋਰਲ ਸਟੈਂਡ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾ ਰਹੇ ਹੋ ਤੁਸੀਂ, ਜਿਹੜਾ ਕਿ ਬੜਾ ਹੀ ਅਨਫੋਰਚੂਨੇਟ ਐਂਡ ਅਨਫੇਅਰ ਅਪਰੋਚ ਹੈ ਗਵਰਨਮੈਂਟ। ਜਿਸ ਤਰ੍ਹਾਂ ਕਿਸਾਨਾਂ ਦੀਆਂ ਜਿਹੜੀਆਂ ਲਗਾਤਾਰ ਜਦੋਂ ਤੋਂ ਅੰਦੋਲਨ ਚੱਲਿਆ, ਖੈਰ ਕਿਸਾਨ 5 ਜੂਨ ਤੋਂ ਆਰਡੀਨੈਂਸਾਂ ਦੇ ਵਿਰੋਧ ਵਿੱਚ ਨਿੱਤਰੇ ਹੋਏ ਹਨ। ਪਹਿਲਾਂ ਪੰਜਾਬ ਵਾਲੇ ਪੰਜਾਬ 'ਚ ਬੈਠੇ ਰਹੇ ਸੀ, ਹੌਲੀ ਹੌਲੀ ਹਰਿਆਣੇ ਵਾਲੇ ਲਾਮਬੰਦ ਹੋਏ ਤੇ ਹੁਣ ਤੱਕ ਮੌਤਾਂ ਦਾ ਅੰਕੜਾ ਉਸ ਹਿਸਾਬ ਉਦੋਂ ਤੋਂ ਸ਼ੁਰੂ ਹੋਈਆਂ ਮੌਤਾਂ 100 ਨੂੰ ਟੱਪ ਚੁੱਕੀਆਂ ਨੇ। ਤੇ ਕੀ ਸੁਪਰੀਮ ਕੋਰਟ ਨੂੰ, ਸਾਡੀ ਨਿਆਂਪਾਲਿਕਾ ਨੂੰ ਇੱਥੇ ਵੀ ਥੋੜੀ ਦਲੇਰੀ ਅਤੇ ਫੇਅਰਨੈਸ ਦਿਖਾਉਣੀ ਬਣਦੀ ਹੈ ਕਿ ਦਖਲ ਦੇਣਾ ਚਾਹੀਦਾ ਹੈ, ਇੱਥੇ ਵੀ ਕੋਈ ਟੋਕਾ ਟਾਕੀ ਸਰਕਾਰ ਨੂੰ ਟੋਕਿਆ ਜਾਵੇ? ਬਿਲਕੁਲ ਕਰਨਾ ਚਾਹੀਦਾ ਜੀ। ਦਲੇਰੀ ਦੀ ਗੱਲ ਨਹੀਂ, ਸੁਪਰੀਮ ਕੋਰਟ ਕੋਲ ਪਾਵਰ ਨੇ, ਹਾਈ ਕੋਰਟ ਕੋਲ ਵੀ ਪਾਵਰ ਨੇ। ਹਾਈ ਕੋਰਟ ਦੀ ਜੁਰਿਸਡਿਕਸ਼ਨ ਲਿਮਿਟਡ ਹੈ ਵਿਦ ਇਨ ਦੀ ਕਨਫਾਈਨਸ ਆਫ ਦੀ ਸਟੇਟਸ ਵੇਅਰ ਦਿਸ ਹਾਈ ਕੋਰਟ ਇਜ਼ ਸਿਚੁਏਟਡ, ਬਟ ਸੁਪਰੀਮ ਕੋਰਟ ਦੀ ਜੁਰਿਸਡਿਕਸ਼ਨ ਵਾਈਡ ਹੈ। ਮੇਰੇ ਹਿਸਾਬ ਨਾਲ ਇੱਕ ਐਸਾ ਦੇਖੋ ਨਾ, ਕੋਈ ਵੀ ਜੇ ਫਰਜ਼ ਕਰੋ ਕੱਲ ਜੇ 100 ਬੰਦਾ ਭੁੱਖਮਰੀ ਨਾਲ ਮਰ ਜਾਂਦਾ ਤੇ ਸੁਪਰੀਮ ਕੋਰਟ ਕੀ ਨੋਟਿਸ ਨਹੀਂ ਲਏਗਾ ਉਸ ਗੱਲ ਦਾ, ਔਰ ਗਵਰਨਮੈਂਟ ਨੂੰ ਫਿਰ ਕਰਨਗੇ ਨਹੀਂ ਹਦਾਇਤਾਂ। ਖਾਸ ਕਰਕੇ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਉਹ ਜਿਹੜੇ ਹਿਊਮਨ ਰਾਈਟਸ ਦੇ ਪੜ੍ਹ ਰਹੇ ਨੇ ਵਿਦਿਆਰਥੀ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰਮੋਹਨ ਪ੍ਰੀਤ ਸਿੰਘ ਵਗੈਰਾ ਤੇ ਹੋਰ, ਉਹਨਾਂ ਨੇ ਜਿਹੜੇ ਓਪਨ ਲੈਟਰ ਲਿਖਿਆ ਸੁਪਰੀਮ ਕੋਰਟ ਨੂੰ ਤੇ ਉਹਨਾਂ ਦਾ ਅਦਾਲਤ ਨੇ ਸੂਓ ਮੋਟੋ ਲੈ ਕੇ ਉਹਨੂੰ PIL ਕੰਸੀਡਰ ਕੀਤਾ ਪਿਛਲੇ ਦਿਨੀ ਕਿਸਾਨਾਂ ਤੇ ਜਿਹੜਾ ਤਸ਼ੱਦਦ ਹੋਇਆ। ਇਹ ਅੱਛੀ ਗੱਲ ਹੈ ਜੀ। ਪਬਲਿਕ ਇੰਟਰਸਟ ਲਿਟੀਗੇਸ਼ਨ ਇਹ ਜਿਹੇ ਕਾਜ਼ ਵਾਸਤੇ ਮੈਂਟ ਹੈ ਔਰ ਇਹ ਇੰਨਾ ਸੈਂਸਿਟਿਵ ਇਸ਼ੂ ਹੈ। ਸੁਪਰੀਮ ਕੋਰਟ ਨੇ ਜਿਹੜਾ ਉਹਦਾ ਨੋਟਿਸ ਲਿਆ ਉਹ ਬੜਾ ਜਸਟੀਫਾਈਡ ਹੈ। ਔਰ ਇਸ ਗੱਲਾਂ ਦੀ ਜਿਹੜੀਆਂ ਮੌਤਾਂ ਦਾ ਵੀ ਦੇਖੋ ਨਾ, ਜਿਹੜੀ ਸੁਸ਼ਾਂਤ ਸਿੰਘ ਰਾਜਪੂਤ ਦਾ ਜਿਹੜਾ ਸੁਸਾਈਡ ਸੀ ਅਲਟੀਮੇਟਲੀ ਸੁਪਰੀਮ ਕੋਰਟ ਪਹੁੰਚਿਆ, ਉਹਦੇ ਚ ਹੁਣ ਜਾ ਕੇ ਨਿਕਲ ਰਿਹਾ ਹੈ ਕਿ there is no foul play but is only this thing। ਉਹਦੇ ਚ ਕਿੰਨੇ ਲੋਕਾਂ ਨੇ ਸਫਰ ਕੀਤਾ, ਬਹੁਤ ਜ਼ਿਆਦਾ, ਖਾਸ ਕਰਕੇ ਉਹ ਕੁੜੀ ਰੀਆ ਚੱਕਰਵਰਤੀ ਨੂੰ ਰੋਜ਼ ਜੱਜ ਕਰਦਾ ਰਿਹਾ ਮੀਡੀਆ ਤੇ ਕਿਸਾਨੀ ਨੂੰ ਲੈ ਕੇ ਚੁੱਪ ਰਿਹਾ ਮੀਡੀਆ। ਬਿਲਕੁਲ ਨੈਸ਼ਨਲ ਮੀਡੀਆ ਤੇ ਬਿਲਕੁਲ ਚੁੱਪ ਰਿਹਾ, ਫੇਲ ਹੋ ਗਿਆ। ਇਹ ਕਿਉਂ ਫੇਲ ਹੋਇਆ ਹੈ? ਕਿਉਂਕਿ ਨੈਸ਼ਨਲ ਮੀਡੀਆ ਇਜ਼ ਓਨਡ ਬਾਈ ਕਾਰਪੋਰੇਟਸ ਔਰ ਇਹ ਕਾਰਪੋਰੇਟਸ ਦਾ ਮਤਲਬ ਇਹ ਜਿਹੜਾ ਕਾਨੂੰਨ ਨੇ ਦੇ ਆਰ ਓਨਲੀ ਮੈਂਟ ਟੂ ਹੈਲਪ ਦੀ ਕਾਰਪੋਰੇਟਸ। ਇਹ ਕਾਰਪੋਰੇਟਸ ਨੂੰ ਐਗਰੀਕਲਚਰ ਕਿੱਤੇ ਚ ਲਿਆਉਣ ਦੇ ਕਾਨੂੰਨ ਬਣਾਏ ਗਏ ਨੇ। ਕਿਉਂ ਬਣਾਏ ਗਏ ਨੇ? ਇਸ ਕਰਕੇ ਨੇ ਕਿ ਲੈਂਡ ਜਿਹੜਾ ਨਾ ਬੜਾ ਹੀ ਵੈਲਿਊਏਬਲ ਅਸੈਟ ਹੈ ਵਰਲਡ ਓਵਰ। ਹਾਂ, ਪਿਛਲੇ ਸਮੇਂ ਤੋਂ ਕੁਝ ਸਮੇਂ ਤੋਂ ਇਹੀ ਥੋੜਾ ਮੋਟੇ ਲਾਭ ਵਾਲਾ ਸੈਕਟਰ ਰਿਹਾ। ਨਹੀਂ, ਲਾਭ ਤੋਂ ਇਲਾਵਾ ਜੀ ਨਹੀਂ, ਇਹਦੀ ਵੈਲਿਊ ਬੜੀ ਹੈ। ਤੁਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ, ਇੱਕ ਕਿੱਲਾ ਕਿਸਾਨ ਦਾ ਹੈ ਜਿਹੜਾ ਗਵਰਨਮੈਂਟ ਕਰੋੜ ਜਾਂ 1.5 ਕਰੋੜ ਚ ਅਕਵਾਇਰ ਕਰ ਲੈਂਦੀ ਹੈ, ਉਹਦੇ ਜੇ ਉਹਨੂੰ ਪਲਾਟਿੰਗ ਕੀਤਾ ਜਾਵੇ ਤੇ 8 ਪਲਾਟ ਕਨਾਲ ਦੇ ਨਿਕਲਦੇ ਨੇ। ਕਨਾਲ ਦਾ ਪਲਾਟ ਚੰਡੀਗੜ੍ਹ ਦੇ ਅਰਾਊਂਡ 2.5-3 ਕਰੋੜ ਤੋਂ ਘੱਟ ਨਹੀਂ ਮਿਲਦਾ। ਤੁਸੀਂ ਦੇਖੋ ਇੱਕ ਕਿੱਲਾ 1.5 ਕਰੋੜ ਚ ਕਰਕੇ ਤੇ 25-30 ਕਰੋੜ ਗਵਰਨਮੈਂਟ ਉਹਦੇ ਚੋਂ ਕਮਾ ਸਕਦੀ ਹੈ। ਤਾਂ ਮਤਲਬ ਇੰਨਾ ਵੈਲਿਊਏਬਲ ਅਸੈਟ ਹੈ ਜਿਹੜਾ ਕਿਸਾਨ ਦਾ ਜਿਹੜਾ ਲੈਂਡ ਹੈ। ਇਹਦੇ ਵਿੱਚ ਗਵਰਨਮੈਂਟ ਦੀ ਇੰਟੈਂਸ਼ਨ ਹੈ ਟੂ ਕਾਰਪੋਰੇਟ ਨੂੰ ਵਾੜਨਾ ਤੇ ਲੈਂਡ ਤੇ ਉੱਤੇ ਜਿਹੜਾ ਕਿਸਾਨ ਹੈ ਉਹਨੂੰ ਲੇਬਰ ਬਣਾ ਦੇਣਾ। ਉਹ ਫਿਰ ਜਿਹੜਾ 2-2.5 ਕਿੱਲੇ ਵਾਲਾ ਕਿਸਾਨ ਹੈ ਉਹ ਲੇਬਰ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ, ਕੁਝ ਵੀ ਨਹੀਂ ਰਹੇਗਾ। ਤਾਂ ਮੈਂ ਸਮਝਦਾ ਹਾਂ ਕਿ ਇਹ ਜਿਹੜੇ ਕਾਨੂੰਨ ਨੇ ਇਹ ਇਸ ਪੱਖੋਂ ਵੀ ਦੇਖਣੇ ਚਾਹੀਦੇ ਨੇ ਕਿ ਕਿਆ ਇਹ ਕਿਸਾਨ ਪੱਖੀ ਨੇ ਜਾਂ ਕਿ ਕਾਰਪੋਰੇਟ ਵਾਸਤੇ, ਕਾਰਪੋਰੇਟ ਨੂੰ ਹੈਲਪ ਕਰਨ ਵਾਸਤੇ ਬਣਾਏ ਗਏ ਨੇ। ਨਹੀਂ, ਜਿਸ ਤਰ੍ਹਾਂ ਗਰੀਬ ਵਰਗ ਹੈ ਜੀ, ਜਿਨ੍ਹਾਂ ਨੂੰ PDS ਰਾਹੀਂ ਫੂਡ ਖੁਰਾਕ ਸਸਤਾ ਰਾਸ਼ਨ ਮਿਲਦਾ ਖਾਣ ਪੀਣ ਲਈ, ਤੇ ਉਹ ਤਾਂ PDS ਤੇ ਸਾਡੇ PDS ਤੇ ਬਹੁਤ ਸਾਰੇ ਲੋਕ ਨਿਰਭਰ ਨੇ ਤੇ ਫਿਰ ਉਹ ਵੀ ਭੁੱਖੇ ਮਰਨਗੇ। ਉਹਦੇ ਬਾਰੇ ਕੋਈ ਕਾਰਪੋਰੇਟ ਸੰਸਾਰ ਨੇ ਜਾਂ ਸਰਕਾਰ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ ਹੋਇਆ ਕਿ PDS ਦਾ ਕੀ ਹੋਏਗਾ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦਾ ਕੀ ਹੋਏਗਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਿੰਨੇ ਵੱਡੇ ਇੰਡਸਟਰੀਅਲਿਸਟ ਨੇ ਵਰਲਡ ਓਵਰ, ਉਹ ਬਹੁਤ ਚੈਰਿਟੀ ਕਰਦੇ ਆ। ਤੇ ਸਾਡੇ ਜਿਹੜੇ ਇਹ ਦੋ ਜਿਨ੍ਹਾਂ ਦਾ ਨਾਮ ਅੱਜ ਕੱਲ ਬੜਾ ਚੱਲ ਰਿਹਾ, ਅਡਾਨੀ ਅੰਬਾਨੀ ਦਾ, ਉਹਨਾਂ ਨੇ ਮੇਰੇ ਖਿਆਲ ਇੱਕ ਪੈਸੇ ਦੀ ਵੀ ਕਦੀ ਚੈਰਿਟੀ ਨਹੀਂ ਕੀਤੀ ਕੋਈ। ਮਤਲਬ ਕਿ ਇਹ ਸਿਰਫ ਆਪਣੇ ਪੈਸੇ ਬਣਾਉਣ 'ਚ ਲੱਗੇ ਹੋਏ ਨੇ। ਇਹ ਜਿਹੜੇ ਕਾਨੂੰਨ ਨੇ ਸਿਰਫ ਕਿਸਾਨਾਂ ਨੂੰ ਇਫੈਕਟ ਨਹੀਂ ਕਰਨਗੇ, ਇਹ ਹਰ ਵਰਗ ਨੂੰ ਇਫੈਕਟ ਕਰਨਗੇ। ਜਿਹੜੀ ਅੱਜ ਕਣਕ ਤੁਹਾਨੂੰ 10-15 ਰੁਪਏ ਕਿਲੋ ਮਿਲਦੀ, ਆਟਾ ਮਿਲਦਾ ਹੈ ਨਾ, ਉਹ ਜੇ ਕਾਰਪੋਰੇਟਸ ਆ ਗਏ ਤਾਂ ਤੁਹਾਨੂੰ 300 ਤੋਂ ਘੱਟ ਕਿਲੋ ਆਟਾ ਨਹੀਂ ਮਿਲਣਾ। ਹਾਂਜੀ, ਸਿਮਿਲਰਲੀ ਤੁਹਾਨੂੰ ਨਾ ਕੋਈ ਸਬਜ਼ੀਆਂ ਮਿਲਣਗੀਆਂ ਇਸ ਰੇਟ ਤੇ ਜਿਹੜੇ ਕਿਸਾਨਾਂ ਦੇ ਹੈਗੇ ਆ। ਤੁਸੀਂ ਇਹ ਦੇਖੋ ਨਾ
ਕਿਸਾਨ ਦਾ ਸਬਜ਼ੀ ਤੇ ਤੁਸੀਂ ਜਿਹੜਾ 10 ਰੁਪਏ ਕਿਲੋ ਲੈ ਲੈਂਦੇ ਹੋ ਤੇ 10 ਨਹੀਂ ਲੈਂਦੇ, ਬਹੁਤ ਸਸਤਾ ਲੈਂਦੇ। ਚਲੋ ਜਿੰਨੇ ਵੀ ਹੈ, ਹਾਂਜੀ, ਪਰ ਮਾਰਕੀਟ 'ਚ ਉਦੋਂ 10 ਗੁਣਾ ਜ਼ਿਆਦਾ ਵਿਕਦੀ ਹੈ। ਜਦੋਂ ਵੀ ਮਤਲਬ ਹੋਏਗੀ ਜਿਹੜੀ ਵੀ ਵੈਲਿਊ ਸੇ ਇਹ ਪ੍ਰਾਈਸ ਤੇ ਕਿਸਾਨ ਕੋ ਕੋਈ ਚੀਜ਼ ਲਈ ਜਾਂਦੀ ਹੈ ਜੀ, ਉਹਦੀ ਵੈਲਿਊ ਜਿਹੜੀ ਮਾਰਕੀਟ 'ਚ 10 ਗੁਣਾ ਹੋ ਜਾਂਦੀ ਹੈ। ਤੇ ਇਹ ਜਿਹੜਾ ਨਾ ਇਹ ਕਾਰਪੋਰੇਟਸ ਨੇ ਫਾਇਦਾ ਉਠਾਉਣਾ ਨਾ ਸਾਰਾ। ਫਿਰ ਨਾਲੇ ਮੈਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਕਾਰਪੋਰੇਟਸ ਨੂੰ ਇਹ ਵੀ ਗਿਆਨ ਹੋਵੇ ਕਿ ਛੇਤੀ ਸ਼ਾਇਦ ਆਪਣਾ ਵਾਘਾ ਬਾਰਡਰ ਖੁੱਲ ਜਾਏ ਤੇ ਇਧਰੋਂ ਦੀ ਸ਼ਾਇਦ ਟ੍ਰੇਡ ਆਪਣਾ ਚੱਲ ਪਏ। ਉਹਨਾਂ ਨੇ ਇਸੇ ਕਰਕੇ ਕੰਸਨਟਰੇਟ ਕੀਤਾ ਇੱਥੇ ਪੰਜਾਬ ਹਰਿਆਣੇ ਦੇ ਵਿੱਚ, ਇੱਥੋਂ ਸਸਤੇ ਭਾਅ 'ਚ ਸਭ ਕੁਝ ਖਰੀਦਣਗੇ ਔਰ ਐਗਜ਼ੋਰਬਿਟੈਂਟ ਰੇਟਸ ਤੇ ਇਧਰ ਨੂੰ ਆਪਣਾ ਭੇਜਣ। ਹਾਂ, ਇਹ ਤੁਹਾਡਾ ਜਿਹੜਾ ਤੁਸੀਂ ਵਾਘਾ ਬਾਰਡਰ ਦੀ ਗੱਲ ਕੀਤੀ ਹੈ, ਕਿਉਂਕਿ ਲੋਕ ਵਾਰ-ਵਾਰ ਪੰਜਾਬ ਦੇ ਲੋਕ ਮੰਗ ਕਰਦੇ ਨੇ। ਵੈਸੇ ਵੀ 1947 ਦੀ ਵੰਡ ਦਾ ਸਭ ਤੋਂ ਵੱਡਾ ਸੰਤਾਪ ਤੇ ਘਾਟਾ ਪੰਜਾਬ ਨੂੰ ਪਿਆ। ਲਾਸ਼ਾਂ ਤੋਂ ਇਲਾਵਾ ਉਹ ਵੰਡੇ ਗਏ ਖੂਬਸੂਰਤ ਜਿਹੜੀ ਤਕੜੀ ਜ਼ਮੀਨ ਸੀ, ਚੰਗੀ ਜ਼ਮੀਨ ਸੀ, ਚੰਗੇ ਖੇਤ ਸੀ, ਉਹ ਤਾਂ ਉਧਰ ਰਹਿ ਗਏ, 12 ਰਹਿ ਗਏ, ਸਾਡੇ ਲਹਿੰਦੇ ਪੰਜਾਬ 'ਚ ਰਹਿ ਗਏ। ਤੇ ਵੱਡਾ ਨੁਕਸਾਨ ਪੰਜਾਬ ਨੂੰ ਫਾਈਨੈਂਸ਼ੀਅਲੀ ਵੀ ਹੋਇਆ, ਸੋਸ਼ਲੀ ਹੋਇਆ, ਇਕਨੋਮਿਕਲੀ ਹਰ ਤਰ੍ਹਾਂ ਹੋਇਆ ਨੁਕਸਾਨ। ਭਾਵਨਾਤਮਕ ਤੌਰ ਤੇ ਉਹ ਟੁੱਟ ਗਏ, ਲਾਹੌਰ ਘੁੱਸ ਗਿਆ। ਸਾਡੇ ਕੋਲੇ ਉਹੋ ਜੀ ਕਲਚਰਲ ਰਾਜਧਾਨੀ ਹਾਲੇ ਤੱਕ ਨਹੀਂ ਬਣ ਸਕੀ, ਚੰਡੀਗੜ੍ਹ ਨੂੰ ਉਹ ਰੂਪ ਨਹੀਂ ਦਿੱਤਾ ਜਾ ਸਕਿਆ। ਤੇ ਇੰਨੇ ਵੱਡੇ ਘਾਟੇ ਚੋਂ ਪੰਜਾਬ ਵਾਰ-ਵਾਰ ਮੰਗ ਕਰਦਾ ਕਿ ਵਾਘਾ ਬਾਰਡਰ ਖੋਲ੍ਹਿਆ ਜਾਵੇ ਤੇ ਹੁਣ ਸਰਕਾਰਾਂ ਨਹੀਂ ਖੋਲ੍ਹ ਰਹੀਆਂ। ਇਹਦਾ ਮਤਲਬ ਤੁਸੀਂ ਹੁਣ ਜਦੋਂ ਵਾਘਾ ਬਾਰਡਰ ਦੀ ਗੱਲ ਕੀਤੀ ਹੈ ਤੇ ਕਾਰਪੋਰੇਟਸ ਲਈ ਜਦੋਂ ਸਰਕਾਰ ਇੰਨਾ ਹੇਜ ਦਿਖਾ ਰਹੀ ਹੈ ਤਾਂ ਫਿਰ ਮੇਰਾ ਖਿਆਲ ਤੁਹਾਨੂੰ ਜਾਪਦਾ ਕਿ ਵਾਘਾ ਬਾਰਡਰ ਵੀ ਛੇਤੀ ਖੋਲ੍ਹ ਦੇਣਗੇ ਉਹਨਾਂ ਦੇ ਫਾਇਦਿਆਂ ਲਈ। ਕਾਰਪੋਰੇਟਸ ਦਾ ਮੈਨੂੰ ਜਿਸ ਹਿਸਾਬ ਨਾਲ ਕਾਰਪੋਰੇਟਸ ਨੇ ਕਾਨੂੰਨ ਬਣਵਾਏ ਨੇ, ਜਿਸ ਹਰੀਜ਼ ਨਾਲ ਮਤਲਬ ਜਿਹਨੇ ਫਟਾਫਟ ਬਣਵਾਏ ਨੇ ਜੀ, ਇਹ ਕੋਈ ਇੰਟੈਂਸ਼ਨ ਮੈਨੂੰ ਇਹੋ ਜਿਹੀ ਲੱਗਦੀ ਹੈ ਕਿ ਟ੍ਰੇਡ ਜ਼ਰੂਰ ਖੁੱਲੇਗਾ ਇੱਧਰੋਂ ਦੀ। ਉਹ ਕਿਸਾਨਾਂ ਵਾਸਤੇ ਨਹੀਂ ਖੁੱਲੇਗਾ, ਕਾਰਪੋਰੇਟ ਵਾਸਤੇ ਖੁੱਲ ਜਾਏਗਾ। ਜੇ ਨਾ ਵੀ ਖੁੱਲੇਗਾ ਤੇ ਕਾਰਪੋਰੇਟ ਖੁਲਵਾ ਲੈਣਗੇ। ਜੇ ਮਤਲਬ ਉਹਨਾਂ ਨੇ ਕਾਨੂੰਨ ਇਸ ਤਰੀਕੇ ਨਾਲ ਬਣਵਾ ਲਏ ਨੇ ਗਵਰਨਮੈਂਟ ਕੋਲੋਂ, ਇਹ ਤਾਂ ਕਹਿੰਦੇ ਨੇ ਕਿ ਜਿਹੜੇ ਗਵਰਨਮੈਂਟ ਨੇ ਇਹ ਜਿਹੜੇ ਕਾਨੂੰਨ ਬਣੇ ਨੇ ਕਾਰਪੋਰੇਟਸ ਦੇ ਲੋਕਾਂ ਨੇ ਬਣਾਏ ਨੇ, ਗਵਰਨਮੈਂਟ ਨੂੰ ਦਿੱਤੇ, ਡਰਾਫਟਿੰਗ ਉਹਨਾਂ ਨੇ ਕੀਤੀ ਹੈ। ਜੀ ਜੀ। ਤਾਂ ਅਦਰਵਾਈਜ਼ ਤੇ ਕਿਸੇ ਵੀ ਇਹਨਾਂ ਨੂੰ ਕਾਨੂੰਨ ਨੂੰ ਦੇਖਿਆ ਜਾਵੇ ਕਿਸਾਨ ਪੱਖੀ ਤੇ ਹੈ ਹੀ ਨਹੀਂ, ਬਿਲਕੁਲ ਹੀ ਨਹੀਂ ਕਿਸਾਨ ਪੱਖੀ ਨੇ। ਨਾ ਕਿਸਾਨ ਮੰਗ ਰਹੇ ਨੇ, ਤੁਸੀਂ ਜਿਹੜੀ ਚੀਜ਼ ਦੇ ਰਹੇ ਹੋ ਕਿਸਾਨਾਂ ਨੂੰ ਉਹ ਮੰਗ ਨਹੀਂ ਰਹੇ, ਤੁਸੀਂ ਜਦ ਕਿ ਥੋਪ ਰਹੇ ਉਹਨਾਂ ਤੇ। ਔਰ ਕਿਸਾਨ ਤੁਹਾਡੇ ਸਾਹਮਣੇ ਰੋ ਕੇ ਕਹਿ ਰਹੇ ਨੇ ਕਿ ਜੀ ਇਹ ਕਾਰਪੋਰੇਟ ਪੱਖੀ ਨੇ, ਇਹਨਾਂ ਨੂੰ ਸਾਨੂੰ ਨਹੀਂ ਚਾਹੀਦੇ। ਫਿਰ ਤੁਸੀਂ ਉਹਨੂੰ ਫੋਰਸ ਕਰ ਰਹੇ ਹੋ। ਇਹ ਤਾਂ ਡੈਮੋਕ੍ਰੈਟਿਕ ਤਰੀਕਾ ਥੋੜਾ ਹੈ ਕੋਈ ਇਸ ਤਰ੍ਹਾਂ ਕਾਨੂੰਨ ਲਿਆਉਣ। ਜੀ, ਮੇਰਾ ਆਖਰੀ ਸਵਾਲ ਰੰਧਾਵਾ ਸਾਹਿਬ ਕਿ ਤੁਸੀਂ ਕੀ ਸੋਚਦੇ ਹੋ ਇਸ ਅੰਦੋਲਨ ਬਾਰੇ ਜੋ ਕਿਸਾਨ ਦਿੱਲੀ ਦੇ ਆਲੇ ਦੁਆਲੇ ਬੈਠੇ ਨੇ, ਜਿੰਨੇ ਤਹੱਮਲ ਨਾਲ, ਸਬਰ ਸਿਦਕ ਨਾਲ ਵੱਡੀ ਗਿਣਤੀ ਕਲਾਕਾਰ, ਫਿਲਮਸਾਜ਼, ਗਾਇਕ, ਡਾਕਟਰ, ਵਕੀਲ ਇਹਨਾਂ ਨਾਲ ਜੁੜੇ ਹੋਏ ਨੇ, ਤੇ ਕੀ ਤੁਹਾਨੂੰ ਲੱਗਦਾ ਕਿ ਇਹ ਪੂਰੀ ਦੁਨੀਆ ਨੂੰ ਕਾਰਪੋਰੇਟਾਂ ਦੇ ਖਿਲਾਫ ਜੂਝਣ ਦਾ ਇੱਕ ਢੰਗ ਤਰੀਕਾ ਵੀ ਦੱਸਣਗੇ? ਮਤਲਬ ਉਹਨਾਂ ਨੂੰ ਦੁਨੀਆ ਨੂੰ ਰੋਸ਼ਨੀ ਹੋਏਗੀ ਕਿ ਇਸ ਤਰ੍ਹਾਂ ਵੀ ਲੜਿਆ ਜਾ ਸਕਦਾ ਹੈ ਸਬਰ ਸਿਦਕ ਨਾਲ, ਸ਼ਾਂਤੀਪੂਰਨ ਢੰਗ ਨਾਲ। ਮੈਂ ਸਮਝਦਾ ਹਾਂ ਕਿ ਸਾਰੇ ਹਿੰਦੁਸਤਾਨ 'ਚ ਨਹੀਂ, ਸਾਰੀ ਦੁਨੀਆ ਵਾਸਤੇ ਇੱਕ ਸਬਕ ਹੈ ਜੀ। ਇੱਕ ਐਡੀ ਪਾਵਰਫੁਲ ਐਰੋਗੈਂਟ ਗਵਰਨਮੈਂਟ ਨੂੰ ਇੱਕ ਪੀਸਫੁਲ ਤਰੀਕੇ ਨਾਲ ਇੰਨਾ ਕਨਫਰੰਟ ਕਰਨਾ ਔਰ ਜੈਨੂਇਨ ਗ੍ਰੀਵੈਂਸ ਲਈ ਕਨਫਰੰਟ ਕਰਨਾ ਇੱਕ ਬਹੁਤ ਵੱਡੀ ਐਗਜ਼ਾਮਪਲ ਸਾਬਤ ਹੋਏਗੀ। ਮੈਂ ਸਮਝਦਾ ਕਿ ਜੇ ਖੁਦਾ ਨਾ ਕਰੇ, ਵਾਹਿਗੁਰੂ ਦੇ ਅੱਗੇ ਅਰਦਾਸ ਹੈ ਮੇਰੀ, ਇਹ ਇਹਨਾਂ ਦੀ ਐਜੀਟੇਸ਼ਨ ਜਾਂ ਸੱਤਿਆਗ੍ਰਹਿ ਫੇਲ ਨਾ ਹੋਵੇ। ਜੇ ਕਿਸੇ ਵਜ੍ਹਾ ਕਰਕੇ ਸੱਤਿਆਗ੍ਰਹਿ ਇਹ ਕਾਮਯਾਬ ਨਾ ਹੋਇਆ ਤੇ ਮੇਰੇ ਹਿਸਾਬ ਨਾਲ ਅਗਲੇ 50 ਸਾਲ ਦੇ ਵਿੱਚ ਹਿੰਦੁਸਤਾਨ ਕੀ ਕਿਤੇ ਵੀ ਕੋਈ ਮੁਹਿੰਮ ਸੱਤਿਆਗ੍ਰਹਿ ਜਾਂ ਐਜੀਟੇਸ਼ਨ ਨਹੀਂ ਉੱਠੇਗੀ ਨਹੀਂ ਔਰ ਕਾਮਯਾਬ ਨਹੀਂ ਹੋਏਗੀ। ਕਿਉਂਕਿ ਇਹ ਜਿਹੜੀ ਨਾ ਗਵਰਨਮੈਂਟ ਨੂੰ ਇਹ ਗਿਆਨ ਹੀ ਨਹੀਂ ਸੀ ਕਿ ਇਹ ਜਿਹੜੀ ਕਿਸਾਨ ਨੇ ਜਿਨ੍ਹਾਂ ਨੂੰ ਇਹ ਸਮਝਦੇ ਸੀ ਕਿ ਇਹ ਬੇਵਕੂਫ ਨੇ, ਅਨਪੜ੍ਹ ਨੇ, ਵੀ ਇਹ ਇਸ ਤਰੀਕੇ ਨਾਲ ਆਰਗੇਨਾਈਜ਼ ਤਰੀਕੇ ਨਾਲ ਇੱਥੇ ਆ ਸਕਦੇ ਨੇ, ਇੱਥੇ ਪੀਸਫੁਲੀ ਇਦਾਂ ਬੈਠ ਸਕਦੇ ਨੇ ਔਰ ਸੈਲਫ ਸਸਟੇਨਡ ਇਹਨੂੰ ਮਹੀਨੇ ਤੌਰ ਤੇ ਚਲਾ ਸਕਦੇ ਨੇ। ਇਹ ਗਵਰਨਮੈਂਟ ਮੇਰੇ ਖਿਆਲ ਮਿਸਫਾਇਰ ਕਰ ਗਈ। ਇਹ ਗਵਰਨਮੈਂਟ ਨੂੰ ਇਹ ਗਿਆਨ ਨਹੀਂ ਸੀ। ਇਹ ਮੈਂ ਸਮਝਦਾ ਕਿ ਮੈਂ ਗਵਰਨਮੈਂਟ ਨੂੰ ਹੁਣ ਵੀ ਕਹਿਣਾ ਹੈ ਕਿ ਉਹ ਸੰਭਲ ਜਾਣ, ਆਪਣੀ ਅਕਲ ਤੋਂ ਕੰਮ ਲੈਣ ਔਰ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣ। ਸੋ ਜਸਟਿਸ ਰੰਧਾਵਾ ਹੋਰਾਂ ਦਾ ਕਹਿਣਾ ਹੈ ਕਿ ਸਰਕਾਰ ਸਬਰ ਸਿਦਕ ਤੋਂ, ਸਰਕਾਰ ਵੀ ਥੋੜਾ ਜਿਹਾ ਫਰਾਗ ਦਿਲੀ ਦਿਖਾਵੇ ਤੇ ਇਹ ਕਾਨੂੰਨ ਵਾਪਸ ਲਵੇ। ਇਹਨਾਂ ਦਾ ਕਹਿਣਾ ਹੈ ਕਿ ਕਿਸਾਨ ਬਿਲਕੁਲ ਠੀਕ ਨੇ ਤੇ ਜੁਡੀਸ਼ਰੀ ਦੀ ਇਹਨਾਂ ਨੇ ਬਹੁਤ ਸ਼ਲਾਘਾ ਕੀਤੀ ਹੈ ਤੇ ਇਹਨਾਂ ਨੂੰ ਆਸ ਹੈ ਕਿ ਜੁਡੀਸ਼ਰੀ ਅੱਗੇ ਤੋਂ ਵੀ ਆਵਾਮ ਦੇ ਹੱਕ ਵਿੱਚ ਫੈਸਲੇ ਲੈਂਦੀ ਰਹੇਗੀ। ਤੇ ਇਹਨਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਇਹ ਅੰਦੋਲਨ, ਇਹ ਐਜੀਟੇਸ਼ਨ ਸਫਲ ਨਹੀਂ ਰਹਿੰਦੀ ਕਿਸੇ ਹੱਦ ਤੱਕ, ਤਾਂ ਦੁਨੀਆ ਵਿੱਚ ਬਹੁਤ ਲੰਬਾ ਸਮਾਂ ਕੋਈ ਅੰਦੋਲਨ ਨਹੀਂ ਉੱਠ ਸਕੇਗਾ, ਲੋਕ ਨਹੀਂ ਉੱਠ ਸਕਣਗੇ। ਸੋ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜ਼ੁਲਮ ਵਧੇਗਾ। ਜਸਟਿਸ ਰੰਧਾਵਾ ਜੀ, ਤੁਸੀਂ ਸਾਨੂੰ ਟੀਵੀ ਪੰਜਾਬ ਲਈ ਇੰਨਾ ਸਮਾਂ ਦਿੱਤਾ, ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸਟਾਈਲ ਮਿਲ ਤੋਂ।
ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।